हाँ जी दोस्तों, फलौर लाइव ਤੇ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਫਲੌਰ ਲਾਈਵ ਦੇ ਉੱਪਰ ਇੱਕ ਖਾਸ ਮੁਲਾਕਾਤ ਨਾਂ ਦਾ ਸ਼ੋਅ ਲੈ ਕੇ ਹਾਜ਼ਰ ਹੁੰਦੇ ਆ। ਅੱਜ ਇਸ ਸ਼ੋਅ ਦੇ ਵਿੱਚ ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਮੋਨੂ ਸੰਧੀ ਜੀ ਮੌਜੂਦ ਨੇ। ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਜੋ ਚੋਣਾਂ ਦਾ ਅਖਾੜਾ ਭਖ ਚੁੱਕਿਆ ਹੈ ਫਲੌਰ ਦੇ ਵਿੱਚ, ਉਹ ਕਿਹੋ ਜਿਹਾ ਅਖਾੜਾ ਜਿਹੜਾ ਮੱਘ ਚੁੱਕਿਆ ਹੈ ਉਹਦੇ ਬਾਰੇ ਗੱਲ ਕਰਦੇ ਆ। ਹਾਂਜੀ ਮੋਨੂ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਫਲੌਰ ਲਾਈਵ ਤੇ। ਸਾਡਾ ਵੀ ਜੀ। ਮੋਨੂ ਜੀ, ਜਿਵੇਂ ਕਿ ਅੱਜ ਚੋਣ ਅਖਾੜਾ ਮੱਘ ਚੁੱਕਿਆ, ਤਕਰੀਬਨ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਆਪਣੇ ਨੁਮਾਇੰਦੇ ਜਿਹੜੇ ਆ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਨੇ। ਕਿਹੋ ਜਿਹੇ ਨਜ਼ਰੀਏ ਨਾਲ ਦੇਖ ਰਹੇ ਆ? ਜੇ ਪਹਿਲਾਂ ਤਾਂ ਬੰਟੀ ਜੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਵੀ ਅੱਜ ਚਲੋ ਆਪਾਂ ਇਸ ਵਿਸ਼ੇ ਦੇ ਉੱਤੇ ਵਿਚਾਰ ਵਟਾਂਦਰਾ ਕਰਨੇ ਨੂੰ ਬੈਠੇ ਆ। ਤੁਹਾਡੀ ਗੱਲ ਆ ਜਿਵੇਂ ਕਿ ਅੱਜ ਚੋਣ ਅਖਾੜਾ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਭਖ ਚੁੱਕਿਆ। ਇਹਦੇ ਵਿੱਚ ਕੋਈ ਦੋ ਰਾਹੇ ਨਹੀਂ ਆ ਵੀ ਸਾਰੀਆਂ ਪਾਰਟੀਆਂ ਨੇ ਆਪਣੇ 86 ਦਿੱਗਜ ਆ ਜਿਹੜੇ ਚੋਣ ਮੈਦਾਨ ਦੇ ਵਿੱਚ ਫਲੋਰ ਦੇ ਵਿੱਚ ਉਤਾਰ ਦਿੱਤੇ ਆ। ਪਰ ਜੇ ਗੱਲ ਕਰੀਏ ਸਾਰੇ ਜਿੰਨੇ ਵੀ ਇੱਥੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਆ, ਜੇ ਉਹਨਾਂ ਦੀ ਗੱਲ ਕਰੀਏ, ਉਹਨਾਂ ਦਾ ਪੱਖ ਸੁਣੀਏ ਤਾਂ ਉਹਨਾਂ ਵੱਲੋਂ ਸਾਰੇ ਇਸ ਵੇਲੇ ਆ ਜਿਹੜੇ ਆਪਣੇ ਆਪ ਨੂੰ ਕਿਤੇ ਨਾ ਕਿਤੇ ਜਿੱਤਿਆ ਹੋਇਆ ਨੁਮਾਇੰਦਾ ਜਿਹੜਾ ਆਪਣੇ ਆਪ ਨੂੰ ਸਮਝ ਰਹੇ ਆ। ਸਮਝਣਾ ਵੀ ਚਾਹੀਦਾ, ਜਿਨ੍ਹਾਂ ਨੇ ਕੰਮ ਕੀਤੇ ਆ ਉਹ ਵੀ ਸਮਝਣਗੇ, ਜਿਨ੍ਹਾਂ ਨਹੀਂ ਕੀਤਾ ਉਹ ਵੀ ਸਮਝਣਗੇ। ਪਰ ਜੇ ਦੇਖਣ ਵਾਲੀ ਗੱਲ ਆ ਇਸ ਵਾਰ ਜਿਹੜਾ ਲੋਕਾਂ ਦਾ ਰੁਝਾਨ ਆ, ਜੇ ਲੋਕਾਂ ਦੇ ਵਿੱਚ ਜਾ ਕੇ ਦੇਖੀਏ ਲੋਕਾਂ ਦਾ ਰੁਝਾਨ ਆ ਜਿਹੜਾ ਇਹ ਜਿੰਨੇ ਵੀ ਸਿਆਸੀ ਲੀਡਰ ਖੜੇ ਹੋਏ ਨੇ ਇਹਨਾਂ ਨਾਲੋਂ ਜਰਾ ਇਸ ਵਾਰ ਹਟ ਕੇ ਰੁਝਾਨ ਆ ਲੋਕਾਂ ਦਾ। ਲੋਕ ਕਿਹੋ ਜਿਹਾ ਕੈਂਡੀਡੇਟ ਚਾਹੁੰਦੇ ਨੇ, ਕੀ ਚਾਹੁੰਦੇ ਨੇ ਤੁਹਾਡੇ ਮੁਤਾਬਕ? ਦੇਖੋ ਬੰਟੀ ਜੀ, ਜੇ ਵਿਕਾਸ ਕੱਲਾਂ ਦੀ ਗੱਲ ਕਰੀਏ, ਵਿਕਾਸ ਕਾਰਜ ਮੌਜੂਦਾ ਸਰਕਾਰ ਦੇ ਵਿੱਚ ਵਿਕਾਸ ਕਾਰਜ ਹੋਏ ਵੀ ਆ, ਵੱਡੀਆਂ ਵੱਡੀਆਂ ਗ੍ਰਾਂਟਾਂ ਵੀ ਦਿੱਤੀਆਂ ਗਈਆਂ, ਕਈ ਪਿੰਡਾਂ ਦੇ ਵਿੱਚ ਐਲਾਨ ਵੀ ਕੀਤੇ ਗਏ ਆ। ਤੇ ਪਿੰਡਾਂ ਦੇ ਵਿੱਚ ਆਪਾਂ ਵੀ ਤਕਰੀਬਨ, ਤੁਸੀਂ ਵੀ ਮੇਰੇ ਨਾਲ ਸ਼ਿਰਕਤ ਕਰਦੇ ਹੀ ਆ, ਆਪਾਂ ਦੇਖਿਆ ਹੈ ਪਿੰਡਾਂ ਦੇ ਵਿੱਚ ਕੁਝ ਜਗ੍ਹਾ ਇੱਦਾਂ ਦੀਆਂ ਜਿੱਥੇ ਹੱਦ ਨਾਲੋਂ ਵੱਧ ਜਿਹੜੇ ਇਹਨਾਂ ਵੱਲੋਂ ਦਾਅਵੇ ਕੀਤੇ ਗਏ ਆ ਵੀ ਅਸੀਂ ਪੈਸੇ ਦਿੱਤੇ ਆ, ਦਿੱਤੇ ਵੀ ਗਏ ਆ। ਪਰ ਜੇ ਗੱਲ ਕਰੀਏ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਵਿਕਾਸ ਕਾਰਜ ਇਹਨਾਂ ਨੂੰ ਨਹੀਂ ਮੰਨਦੀ। ਜੇ ਗੱਲ ਕਰਕੇ ਚੱਲੀਏ ਉਹਨਾਂ ਦਾ ਕਹਿਣ ਦਾ ਭਾਵ ਇਹ ਆ ਵਿਕਾਸ ਕਾਰਜ ਆ ਜਿਹੜੇ ਇਹ ਤਾਂ ਹੁੰਦੇ ਹੀ ਰਹਿੰਦੇ ਆ, ਗਲੀਆਂ ਨਾਲੀਆਂ ਦੇ ਕੰਮ ਆ ਜਿਹੜੇ ਹੁੰਦੇ ਹੀ ਰਹਿੰਦੇ ਆ। ਪਰ ਜੇ ਨੌਜਵਾਨਾਂ ਦੀ ਗੱਲ ਕਰੀਏ, ਨੌਜਵਾਨਾਂ ਦੇ ਵਿੱਚ ਆ ਜਿਹੜਾ ਇੱਕ ਉਤਸ਼ਾਹ ਦੇਖਿਆ ਜਾ ਰਿਹਾ ਵੀ ਸਾਡੇ ਲਈ ਜਿਹੜਾ ਅੱਜ ਤੱਕ ਕਿਸੇ ਵੀ ਮੌਜੂਦਾ ਸਰਕਾਰ ਨੇ ਜਾਂ ਜਿਹੜੀ ਸਰਕਾਰ ਨਹੀਂ ਆਈ ਆ ਜਾਂ ਪਿੱਛੇ ਸਰਕਾਰਾਂ ਰਹੀਆਂ, ਸਾਡੇ ਲਈ ਨੌਜਵਾਨਾਂ ਲਈ ਉਹਨਾਂ ਨੇ ਕੁਝ ਨਹੀਂ ਕੀਤਾ। ਤੇ ਨੌਜਵਾਨਾਂ ਦੇ ਲਈ ਸਰਕਾਰ ਨੂੰ ਕਿਹੋ ਜਿਹੇ ਕਦਮ ਉਠਾਉਣੇ ਚਾਹੀਦੇ ਕਿ ਜਿਹਦੇ ਕਾਰਨ ਨੌਜਵਾਨਾਂ ਨੂੰ ਆਪਣੀ ਤਰਫ ਖਿੱਚਿਆ ਜਾ ਸਕੇ? ਨੌਜਵਾਨ ਵੋਟਰ ਫਲੌਰ ਹਲਕੇ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਨੌਜਵਾਨ ਵੋਟਰ ਹੈਗਾ ਆ, ਜਿਹਨੂੰ ਭਰਮਾਉਣ ਦੇ ਲਈ ਜਿਹੜੀਆਂ ਰਾਜਨੀਤਿਕ ਪਾਰਟੀਆਂ ਕੀ ਕਰਨਾ ਚਾਹੁੰਗੀਆਂ? ਦੇਖੋ ਜੀ, ਸਭ ਤੋਂ ਵੱਡੀ ਗੱਲ ਤਾਂ ਪਹਿਲਾਂ ਇਹ ਆ ਵੀ ਪੰਜਾਬ ਦੇ ਵਿੱਚ ਜਿਹੜਾ ਨਸ਼ਾ, ਤੁਹਾਨੂੰ ਵੀ ਪਤਾ ਵੀ ਦਿਨੋਂ ਦਿਨ ਆਪਣੇ ਜਿਹੜੇ ਆ ਪੈਰ ਕਿਵੇਂ ਪਸਾਰ ਰਿਹਾ, ਹੱਦ ਨਾਲੋਂ ਵੱਧ ਆ ਜਿਹੜਾ ਨਸ਼ਾ ਉਹ ਜਿਹੜਾ ਪੰਜਾਬ ਦੇ ਵਿੱਚ ਆ ਚੱਲ ਰਿਹਾ। ਜੇ ਗੱਲ ਕਰੀਏ ਨੌਜਵਾਨਾਂ ਦਾ ਇੱਕੋ ਹੀ ਕਹਿਣਾ ਵੀ ਨਾ ਤਾਂ ਸਾਡੇ ਖੇਲਣ ਨੂੰ ਕੋਈ ਸਟੇਡੀਅਮ ਹਲੇ ਤੱਕ ਸਰਕਾਰਾਂ ਵੱਲੋਂ ਕੋਈ ਵਧੀਆ ਸਟੇਡੀਅਮ ਨੈਸ਼ਨਲ ਲੈਵਲ ਦਾ ਬਣਾਇਆ ਗਿਆ, ਤੇ ਨਾ ਹੀ ਕੋਈ ਨਸ਼ੇ ਦੇ ਉੱਤੇ ਆ ਜਿਹੜਾ ਕੋਈ ਵੀ ਹੱਲੇ ਤਾਈਂ ਇੰਨੀ ਠੱਲ ਨਹੀਂ ਪਈ ਆ ਜਿਵੇਂ ਠੱਲ ਪੈਣੀ ਚਾਹੀਦੀ ਆ। ਜੇ ਦੇਖਿਆ ਜਾਵੇ ਆਲੇ ਦੁਆਲੇ ਨਸ਼ਾ ਜਿਹੜਾ ਕਈ ਜਗ੍ਹਾ ਦੇ ਉੱਤੇ ਸ਼ਰੇਆਮ ਜਿਹੜਾ ਹੱਲੇ ਵੀ ਅੱਜ ਦੇ ਟਾਈਮ ਦੇ ਵਿੱਚ ਵੀ ਵਿਕ ਰਿਹਾ। ਜੇ ਗੱਲ ਕਰੀਏ ਪਿੱਛੇ ਜੇ ਆਡੀਓ ਵੀ ਵਾਇਰਲ ਹੋ ਰਹੀਆਂ ਸੀ, ਗੱਲ ਕਰੀਏ ਇੱਥੋਂ ਦੇ ਜਿਹੜੇ ਫਲੋਰ ਸਾਹਿਬ ਆ ਜਿਨ੍ਹਾਂ ਨੂੰ ਦਿੱਗਜ ਨੇਤਾ ਵੀ ਮੰਨਿਆ ਜਾਂਦਾ, ਸਰਵਣ ਸਿੰਘ ਫਲੋਰ, ਉਹਨਾਂ ਦੇ ਬੇਟੇ ਵੱਲੋਂ ਵੀ ਕਈ ਵਾਰ ਆ ਜਿਹੜੀ ਆਵਾਜ਼ ਬੁਲੰਦ ਕੀਤੀ ਗਈ ਸੀਗੀ। ਅੱਟੀ ਦਾ ਮਸਲਾ ਲੈ ਲਓ ਵੀ ਸਕੂਲ ਦੇ ਮੂਹਰੇ ਜਿਹੜਾ ਨਸ਼ਾ ਵੇਚਿਆ ਜਾਂਦਾ ਸੀ। ਜੇ ਇੱਦਾਂ ਦੀਆਂ ਗੱਲਾਂ ਕਰੀਏ ਬਹੁਤ ਸਾਰੀਆਂ ਆਵਾਜ਼ਾਂ ਉੱਠ ਕੇ ਸਾਹਮਣੇ ਆਉਂਦੀਆਂ ਰਹੀਆਂ। ਤੇ ਜੇ ਗੱਲ ਕਰੀਏ ਵਿਕਾਸ ਕਾਰਜਾਂ ਦੀ ਤਾਂ ਨੌਜਵਾਨਾਂ ਦਾ ਇਹ ਕਹਿਣਾ ਵੀ ਵਿਕਾਸ ਹੋਏ ਜ਼ਰੂਰ ਆ, ਅਸੀਂ ਇਹ ਨਹੀਂ ਕਹਿੰਦੇ ਵੀ ਵਿਕਾਸ ਨਹੀਂ ਹੋਏ। ਗਲੀਆਂ ਨਾਲੀਆਂ ਪਿੰਡਾਂ ਦੇ ਵਿੱਚ ਸੀਵਰੇਜ ਦਾ ਵੀ ਕਈ ਜਗ੍ਹਾ 'ਚ ਕੰਮ ਚੱਲ ਰਿਹਾ, ਕਈ ਜਗ੍ਹਾ ਦੇ ਵਿੱਚ ਅਧੂਰੇ ਕੰਮ ਆ ਜਿਵੇਂ ਕਿ ਹੱਲੇ ਵੀ ਉਹ ਜਿਹੜੇ ਆ ਚੱਲ ਰਹੇ ਆ। ਕਈ ਪਿੰਡ ਇੱਦਾਂ ਦੇ ਆ ਜਿੱਥੇ ਪਿੰਡ ਵਾਲਿਆਂ ਦਾ ਕਹਿਣਾ ਵੀ ਸਾਡੇ ਪਿੰਡਾਂ ਨੂੰ ਪੈਸੇ ਤਾਂ ਆਏ ਆ ਪਰ ਹੱਲੇ ਤਾਈਂ ਲੱਗੇ ਨਹੀਂ। ਤੇ ਨੌਜਵਾਨਾਂ ਦੀ ਇੱਕੋ ਹੀ ਇੱਕ ਮੰਗ ਆ ਵੀ ਸਾਨੂੰ ਜਿਹੜਾ ਐਜੂਕੇਸ਼ਨ ਦੇ ਲਈ ਵਧੀਆ ਚੀਜ਼ ਆ ਜਿਹੜੀ ਸਾਨੂੰ ਫੈਸਿਲਿਟੀ ਮਿਲਣੀ ਚਾਹੀਦੀ ਆ। ਉਸ ਤੋਂ ਇਲਾਵਾ ਜੇ ਗੱਲ ਕਰੀਏ ਵੀ ਜਿਹੜਾ ਨਸ਼ੇ ਦੇ ਉੱਤੇ ਵੀ ਠੱਲ ਪੈਣੀ ਚਾਹੀਦੀ ਆ, ਇੱਕ ਡਾਕਟਰਾਂ ਦੀ ਸੁਵਿਧਾ ਜਿਹੜੀ ਉਹ ਪ੍ਰੋਪਰ ਜਿਹੜੀ ਇੱਥੇ ਫਲੋਰ ਦੇ ਵਿੱਚ ਮਿਲਣੀ ਚਾਹੀਦੀ ਆ। ਤੇ ਨੌਜਵਾਨ ਸਭ ਤੋਂ ਜ਼ਿਆਦਾ ਜਿਹੜੇ ਪਰੇਸ਼ਾਨ ਆ ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਵੀ ਸਾਨੂੰ ਜਿਹੜਾ ਫਲੋਰ ਦੇ ਵਿੱਚ ਹੱਲੇ ਤੱਕ ਆਪਣੇ ਕੰਮ ਕਰਨੇ ਲਈ ਕੋਈ ਵੀ ਵਧੀਆ ਇੰਡਸਟਰੀ ਲੈ ਲਓ ਜਾਂ ਪ੍ਰਾਈਵੇਟ ਨੌਕਰੀ ਲਈ ਕੋਈ ਵੀ ਇੱਦਾਂ ਦੀ ਚੀਜ਼ ਨਹੀਂ ਆ। ਜੇ ਅਸੀਂ ਕੰਮ 'ਤੇ ਜਾਂਦੇ ਵੀ ਆ, ਜਿਵੇਂ ਕਿ ਆਪਾਂ ਅੱਗੇ ਵੀ ਵਿਚਾਰ ਵਟਾਂਦਰਾ ਕੀਤਾ ਵੀ ਫਲੋਰ ਦੇ ਵਿੱਚ ਇੰਡਸਟਰੀ ਲੈਵਲ ਆ ਜਿਹੜਾ ਬਿਲਕੁਲ ਨਾ ਮਾਤਰ ਦੇ ਯੋਗ ਆ। ਜੇ ਗੱਲ ਕਰੀਏ ਫਲੋਰ ਦੇ ਵਿੱਚ ਇੱਕ ਕ੍ਰਿਮਕਾ ਫੈਕਟਰੀ ਆ, ਉਸ ਤੋਂ ਇਲਾਵਾ ਗੱਲ ਕਰੀਏ ਪੈਪਸੀ ਫੈਕਟਰੀ ਆ ਜਾਂਦੀ, ਉਸ ਤੋਂ ਇਲਾਵਾ ਗੱਲ ਕਰੀਏ ਜੇ ਆਪਾਂ ਫਰੈਂਡ ਕਾਰਖਾਨਾ। ਅੱਜ ਕੱਲ੍ਹ ਜਿਹੜੇ ਨੌਜਵਾਨ ਆ, ਯੂਥ ਇੰਨਾ ਕੁ ਪੜ੍ਹ ਲਿਖ ਗਿਆ ਵੀ ਉਹਨਾਂ ਦੇ ਕੋਲ ਡਿਗਰੀਆਂ ਪਈਆਂ, ਡਿਪਲੋਮੇ ਪਏ ਆ, ਪਰ ਉਹਨਾਂ ਨੂੰ ਉਸ ਪੜ੍ਹਾਈ ਦੇ ਮੁਤਾਬਕ ਹੈ ਜਿਹੜੀ ਹੱਲੇ ਤੱਕ ਕੋਈ ਨੌਕਰੀ ਨਹੀਂ ਮਿਲ ਰਹੀ।
ਤੇ ਉਹਨਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਵੀ ਜੇ ਸਰਕਾਰੀ ਨੌਕਰੀਆਂ ਨਹੀਂ ਵੀ ਆ ਤਾਂ ਸਾਨੂੰ ਯੋਗਤਾ ਅਨੁਸਾਰ ਜਿਹੜੀ ਆ ਪ੍ਰਾਈਵੇਟ ਨੌਕਰੀ ਦੇ ਵੀ ਕੋਈ ਨਾ ਕੋਈ ਸਰਕਾਰਾਂ ਨੂੰ ਇੱਥੇ ਜਿਹੜੇ ਆ ਪ੍ਰਬੰਧ ਕਰਨੇ ਚਾਹੀਦੇ ਆ ਤਾਂ ਜੋ ਸਾਡੇ ਪਰਿਵਾਰ ਦਾ ਵੀ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਆ ਜਿਹੜਾ ਹੋ ਸਕੇ। ਫਿਰ ਜਿੱਥੇ ਤੱਕ ਗੱਲ ਕਰੀਏ ਕਿ ਜਿਹੜੀਆਂ ਸਰਕਾਰਾਂ ਆ, ਮੌਜੂਦਾ ਸਰਕਾਰਾਂ ਆ ਜਾਂ ਪੁਰਾਣੀਆਂ ਸਰਕਾਰਾਂ ਸੀ, ਉਹ ਸਿਰਫ ਆਪਣੇ ਆਪ ਨੂੰ ਹੈਵੀ ਦਿਖਾਉਣ ਦੇ ਲਈ ਵੱਡੇ ਵੱਡੇ ਵਾਅਦੇ ਕਰ ਰਹੀਆਂ ਆ। ਅਸੀਂ ਬਿਜਲੀ ਫ੍ਰੀ ਦੇ ਦਿਆਂਗੇ, ਅਸੀਂ ਆਹ ਫ੍ਰੀ ਦੇ ਦਿਆਂਗੇ, ਆਟਾ ਦਾਲ ਦੇ ਦਿਆਂਗੇ, ਪਰ ਜਿਹੜੇ ਲੋਕਲ ਮੁੱਦੇ ਆ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਰੇਲਵੇ ਕ੍ਰਾਸਿੰਗ ਦੇ ਉੱਪਰ ਕਿੰਨੇ ਵੱਡੇ ਹਾਦਸੇ ਹੋ ਜਾਂਦੇ ਨੇ। ਅੱਜ ਤੱਕ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਇਹ ਨਹੀਂ ਕਿਹਾ ਕਿ ਜੇ ਸਾਡੀ ਸਰਕਾਰ ਬਣਦੀ ਅਸੀਂ ਉਹਦੇ ਉੱਪਰ ਦੀ ਪੁਲ ਬਣਾਵਾਂਗੇ ਜਾਂ ਅੰਡਰਪਾਸ ਪੁਲ ਬਣਾਵਾਂਗੇ। ਇਹਦੇ ਬਾਰੇ ਕੀ ਸੋਚਦੇ ਹੋ ਤੁਸੀਂ? ਬਿਲਕੁਲ ਬੰਟੀ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹੈ ਵੀ ਆਪਾਂ ਨੂੰ ਬਹੁਤ ਸਾਹਮਣਾ ਕਰਨਾ ਪੈ ਰਿਹਾ। ਲੋਕ ਆ ਜਿਹੜੇ ਸਾਨੂੰ ਇਹ ਵੀ ਕਹਿੰਦੇ ਆ ਭਾਜੀ ਵੀ ਤੁਸੀਂ ਫਲੋਰ ਲਾਈਵ ਦੇ ਉੱਤੇ ਲੋਕਾਂ ਦੀ ਆਵਾਜ਼ ਚੱਕਦੇ ਆ, ਪਰ ਅੱਜ ਤੱਕ ਜਿਹੜਾ ਫਲੋਰ ਦੇ ਪੁਲ ਦਾ ਮਸਲਾ ਕਿਸੇ ਨੇ ਨਹੀਂ ਜਿਹੜਾ ਚੱਕਿਆ ਵੀ ਫਲੋਰ ਦਾ ਪੁਲ ਤਾਂ ਉੱਥੇ ਦਾ ਉੱਥੇ ਹੀ ਆ। ਪੋਲੀਟੀਕਲ ਪਾਰਟੀਆਂ ਆਉਂਦੀਆਂ ਪਿੱਛੇ ਵੀ ਵਾਅਦੇ ਕਰਕੇ ਗਏ ਆ, ਹੁਣ ਵੀ ਵਾਅਦੇ ਕਰਕੇ ਜਾ ਰਹੇ ਆ ਕਿ ਇਹ ਜਿਹੜਾ ਪੁਲ ਆ, ਅਸੀਂ ਵੀ ਅੱਜ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਪੁਲ ਆ ਫਲੋਰ ਦਾ ਸਭ ਤੋਂ ਵੱਡੀ ਇਸ ਵੇਲੇ ਫਲੋਰ ਨੂੰ ਜਿਹੜੀ ਮੁਸੀਬਤ ਬਣ ਕੇ ਜਿਹੜਾ ਲੱਗਾ ਹੋਇਆ। ਉਹ ਜੇ ਗੱਲ ਕਰੀਏ ਇੱਧਰ ਕੋਈ ਐਕਸੀਡੈਂਟ ਪ੍ਰਮਾਤਮਾ ਕਰੇ ਨਾ ਹੋਵੇ, ਕੋਈ ਐਮਰਜੈਂਸੀ ਕੇਸ ਆ ਜਾਂਦਾ ਜਾਂ ਕੋਈ ਇੱਦਾਂ ਦਾ ਪਰਿਵਾਰ ਦੇ ਵਿੱਚ ਕੋਈ ਭਾਣਾ ਵਰਤ ਜਾਂਦਾ ਵੀ ਬੰਦੇ ਨੂੰ ਐਮਰਜੈਂਸੀ ਜਿਹੜਾ ਫਲੋਰ ਹਸਪਤਾਲ ਲਿਜਾਣ ਦੇ ਲਈ ਉਸ ਨੂੰ ਪਹਿਲਾਂ ਅੱਧਾ ਘੰਟਾ ਇੱਕ ਜਿਹੜਾ ਫਾਟਕ ਦੀ ਸਮੱਸਿਆ ਨਾਲ ਝੁੰਝਣਾ ਪੈ ਰਿਹਾ ਹੈ। ਇਸ ਨੂੰ ਅਸੀਂ ਬਾਰ-ਬਾਰ ਵੱਡੇ ਲੈਵਲ ਤੇ ਵੀ ਇੱਥੇ ਜਿਹੜਾ ਚੱਕਿਆ ਮੁੱਦੇ ਨੂੰ, ਪਰ ਹੱਲੇ ਤੱਕ ਵੀ ਜੇ ਗੱਲ ਕਰੀਏ ਕਿਸੇ ਵੀ ਸਰਕਾਰਾਂ ਵੱਲੋਂ ਜਾਂ ਕਿਸੇ ਵੀ ਪਾਰਟੀ ਵੱਲੋਂ ਇਹ ਨਹੀਂ ਕਿਹਾ ਗਿਆ। ਵੋਟਾਂ ਤਾਂ ਮੰਗਣ ਜਾ ਰਹੇ ਆ, ਪਰ ਕਿਸੇ ਨੇ ਵੀ ਹੱਲੇ ਡਟ ਕੇ ਠੋਕ ਵਜਾ ਕੇ ਇੰਨੀ ਗੱਲ ਨਹੀਂ ਕਹੀ ਵੀ ਜਿਹੜਾ ਫਲੋਰ ਦਾ ਫਾਟਕ ਹੈ ਇਸ ਦਾ ਕੋਈ ਨਾ ਕੋਈ ਸੋਲਿਊਸ਼ਨ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਜਲਦ ਤੋਂ ਜਲਦ ਕੀਤਾ ਜਾਵੇਗਾ। ਤੇ ਇੱਕ ਜਿਹੜੀ ਇਸ ਵੇਲੇ ਲੋਕਾਂ ਦੀ ਡਿਮਾਂਡ ਆ, ਕੁਝ ਪਿੰਡਾਂ ਦੇ ਵਿੱਚ ਜਾਂ ਕੁਝ ਸ਼ਹਿਰਾਂ ਦੀ ਗੱਲ ਕਰੀਏ, ਉਹਨਾਂ ਦੀ ਡਿਮਾਂਡ ਇਹੀ ਆ ਵੀ ਜਿਹੜਾ ਸਾਨੂੰ ਇਸ ਵਾਰ ਫਲੋਰ ਤੋਂ ਫਾਟਕਾਂ ਤੋਂ ਰਾਹਤ ਦੇਵੇਗਾ ਅਸੀਂ ਉਸ ਨੂੰ ਆ ਜਿਹੜਾ ਫਲੋਰ ਦਾ ਚੁਣਿਆ ਹੋਇਆ ਨੁਮਾਇੰਦਾ ਦੇਖਣਾ ਚਾਹੁੰਦੇ ਆ। ਚਲੋ ਬਿਲਕੁਲ, ਫਲੋਰ ਦੇ ਫਾਟਕਾਂ ਦੀ ਤਾਂ ਗੱਲ ਹੋ ਗਈ, ਤੇ ਫਾਟਕਾਂ ਤੋਂ ਬਾਅਦ ਤੁਸੀਂ ਹਸਪੀਟਲ ਦੀ ਗੱਲ ਕੀਤੀ ਹੈ ਕਿ ਹਸਪੀਟਲ ਦੇ ਕਿਹੋ ਜਿਹੇ ਹਾਲਾਤ ਨੇ। ਸਿਵਲ ਹਸਪੀਟਲ ਆਪਣਾ ਫਲੋਰ ਤੁਸੀਂ ਦੇਖ ਸਕਦੇ ਹੋ, ਉੱਥੇ ਐਮਰਜੈਂਸੀ ਦੇ ਲਈ ਕੋਈ ਡਾਕਟਰ ਨਹੀਂ ਹੈਗਾ, ਕੋਈ ਐਮਰਜੈਂਸੀ ਨਹੀਂ ਹੈਗੀ। ਕੋਈ ਜਦੋਂ ਡਿਲੀਵਰੀ ਕੇਸ ਆਉਂਦਾ ਤਾਂ ਉਹਨੂੰ ਵੀ ਰੈਫਰ ਕਰ ਦਿੱਤਾ ਜਾਂਦਾ ਕਿ ਕਿਹੋ ਜਿਹਾ ਸੋਚ ਰਹੇ ਹੋ ਕਿ ਕਿਹੋ ਜਿਹਾ ਫਲੋਰ ਸ਼ਹਿਰ ਦਾ ਹਸਪੀਟਲ ਹੋਣਾ ਚਾਹੀਦਾ ਹੈ? ਦੇਖੋ ਬੰਟੀ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਜੇ ਗੱਲ ਕਰੀਏ ਫਲੋਰ ਦੇ ਸਰਕਾਰੀ ਸਿਵਲ ਹਸਪਤਾਲ ਦੀ, ਫਲੋਰ ਦਾ ਸਰਕਾਰੀ ਸਿਵਲ ਹਸਪਤਾਲ ਹੈ ਜਿਹੜਾ ਇਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਚਰਚਾ ਦੇ ਵਿੱਚ ਰਿਹਾ। ਜੇ ਇੱਥੇ ਦੀ ਗੱਲ ਕਰੀਏ ਡਾਕਟਰਾਂ ਦੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਇੱਥੇ ਮੇ ਵੀ 4-5 ਦੇ ਕਰੀਬ ਡਾਕਟਰ ਆ ਜਿਹੜੇ ਦਿਨ ਰਾਤ ਉਹੀ ਆਪਣੀ ਤਨਦੇਹੀ ਦੇ ਨਾਲ ਆ ਜਿਹੜਾ ਡਿਊਟੀ ਇੱਥੇ ਕਰ ਰਹੇ ਆ। ਜੇ ਗੱਲ ਕਰੀਏ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਇੱਥੇ ਡਾਕਟਰਾਂ ਦੀ ਜਿਹੜੀ ਆ ਦਿੱਕਤ ਆ ਕਾਫੀ ਲੋਕਾਂ ਨੂੰ ਆ ਰਹੀ ਆ। ਇਸ ਦੇ ਵੱਲ ਵੀ ਇੱਥੇ ਹਸਪਤਾਲ ਦੇ ਵਿੱਚ ਵੱਡੇ ਵੱਡੇ ਕੰਮ ਜ਼ਰੂਰ ਕੀਤੇ ਗਏ ਆ। ਹਸਪਤਾਲ ਨੂੰ ਜੇ ਦੇਖਿਆ ਜਾਵੇ ਇਮਾਰਤ ਦੇ ਤੌਰ ਤੇ ਉੱਥੇ ਫਾਇਰ ਬ੍ਰਿਗੇਡ ਦਾ ਸਿਸਟਮ ਵੀ ਲਗਾ ਦਿੱਤਾ ਗਿਆ, ਪਰ ਜੇ ਗੱਲ ਕਰੀਏ ਉਸ ਦੇ ਵਿੱਚ ਇਹ ਜਿਹੜੀਆਂ ਹੱਲੇ ਕੁਝ ਇੱਦਾਂ ਦੀਆਂ ਮਸ਼ੀਨਾਂ ਜ਼ਰੂਰਤ ਦੀਆਂ ਜਿਹੜੀਆਂ ਲੋਕਾਂ ਨੂੰ ਬਾਹਰ ਅੱਜ ਵੀ ਹਜ਼ਾਰਾਂ ਰੁਪਈਆ ਦੇ ਕੇ ਇਲਾਜ ਕਰਵਾਉਣਾ ਪੈਂਦਾ। ਸਕੈਨਿੰਗ ਕਰਵਾਉਣ ਲਈ ਕਿਸੇ ਨੂੰ ਫਗਵਾੜੇ ਜਾਣਾ ਪੈਂਦਾ, ਕਿਸੇ ਨੂੰ ਲੁਧਿਆਣੇ ਜਾਣਾ ਪੈਂਦਾ ਜਾਂ ਜਲੰਧਰ ਜਾਣਾ ਪੈਂਦਾ। ਉੱਥੇ ਗੱਲ ਕਰੀਏ 2200 ਤੋਂ ਇਲਾਵਾ ਥੱਲੇ ਕੋਈ ਵੀ ਇੱਦਾਂ ਦੀ ਸਕੈਨਿੰਗ ਨਹੀਂ ਹੈ ਜਿਹੜੀ ਲੋਕਾਂ ਦੀ ਕੀਤੀ ਜਾ ਸਕੇ। ਤੇ ਉੱਥੇ ਆ ਜਿਹੜਾ ਬਾਹਰ ਜਾ ਕੇ ਵੀ ਉਹਨਾਂ ਨੂੰ ਵੱਡੀ ਪੇ ਆ ਜਿਹੜੀ ਸਕੈਨਿੰਗ ਕਰਵਾਉਣ ਲਈ ਕਰਨੀ ਪੈਂਦੀ ਆ। ਇੱਕ ਫਲੋਰ ਦੀ ਬਿਲਡਿੰਗ ਐਡੀ ਵੱਡੀ ਆ ਸਿਵਲ ਹਸਪੀਟਲ ਦੀ, ਉੱਥੇ 5-6 ਡਾਕਟਰ ਹੈ। ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਵੀ ਉਹ ਨਹੀਂ ਕੰਮ ਕਰਦੇ, ਹਾਂ ਬੈਸਟ ਆ ਜਿੰਨੇ ਵੀ ਉੱਥੇ ਡਾਕਟਰ ਆ ਆਪਣੀ ਤਨਦੇਹੀ ਦੇ ਨਾਲ ਤਨੋ ਮਨੋ ਉਹ ਜਿਹੜੀ ਆ ਡਿਊਟੀ ਉੱਥੇ ਆਪਣੀ ਕਰ ਰਹੇ ਆ, ਦਿਨ ਨੂੰ ਵੀ ਰਾਤ ਨੂੰ ਵੀ। ਪਰ ਜੇ ਗੱਲ ਕਰੀਏ ਜੇ ਕੋਈ ਐਮਰਜੈਂਸੀ ਕੇਸ ਆ ਜਾਂਦਾ ਉਸ ਨੂੰ ਉਹਨਾਂ ਨੂੰ ਜਿਹੜਾ ਰੈਫਰ ਕਰਨਾ ਹੀ ਪੈਂਦਾ। ਉੱਥੇ ਐਮਰਜੈਂਸੀ ਦੇ ਵਿੱਚ ਉਹਨਾਂ ਦੇ ਕੋਲ ਇਹੋ ਜਿਹੀ ਕੋਈ ਸਹੂਲਤ ਨਹੀਂ ਆ ਜਾਂ ਮੌਜੂਦਾ ਕੋਈ ਡਾਕਟਰ ਨਹੀਂ ਆ ਜਿਹੜਾ ਉਹਨਾਂ ਦੀ ਉੱਥੇ ਦੇਖਭਾਲ ਕਰ ਸਕੇ। ਇਸ ਵੇਲੇ ਜਿਹੜਾ ਫਲੋਰ ਦਾ ਹਸਪਤਾਲ ਹੈ ਜੇ ਉਹਦੀ ਗੱਲ ਵੀ ਕਰੀਏ ਉੱਥੇ ਜਿਹੜਾ ਡਾਕਟਰਾਂ ਦੀ ਵੀ ਖਾਸੀ ਲੋੜ ਆ ਜਿਹੜੀ ਉਹ ਵੀ ਸਾਹਮਣੇ ਨਜ਼ਰ ਆਉਂਦੀ ਆ। ਹੁਣ ਦੇਖਣਾ ਇਹ ਹੋਵੇਗਾ ਵੀ ਸਰਕਾਰਾਂ ਵੱਡੇ ਵੱਡੇ ਵਾਅਦੇ ਤਾਂ ਕਰਦੀਆਂ ਵੋਟਾਂ ਦੇ ਨਾਂ ਤੇ, ਹੁਣ ਆਉਣ ਵਾਲੇ ਸਮੇਂ ਦੇ ਵਿੱਚ ਫਲੋਰ ਦੇ ਵਿੱਚ ਕਿਹੜੇ ਪਹਿਲ ਦੇ ਆਧਾਰ ਤੇ ਉਹ ਕੰਮਾਂ ਨੂੰ ਪਹਿਲ ਦਿੰਦੀ ਆ। ਚਲੋ ਹਸਪੀਟਲ ਦੀ ਵੀ ਗੱਲ ਹੋ ਗਈ ਕਿ ਹਸਪੀਟਲ ਦੇ ਵਿੱਚ ਵੀ ਜਿਹੜੀਆਂ ਸੁਵਿਧਾਵਾਂ ਬਹੁਤ ਘੱਟ ਹੈ, ਸਾਧਨ ਘੱਟ ਨੇ, ਡਾਕਟਰਾਂ ਨੂੰ ਪਰੇਸ਼ਾਨੀ ਆਉਂਦੀ ਹੈ। ਤਾਂ ਉਸ ਤੋਂ ਬਾਅਦ ਇੱਕ ਐਜੂਕੇਸ਼ਨ ਉੱਪਰ ਚੱਕਣ ਨੂੰ ਸਰਕਾਰ ਨੇ ਸਕੂਲ ਤਾਂ ਜ਼ਰੂਰ ਬਣਾ ਦਿੱਤੇ ਆ, ਸਾਰੀ ਵਧੀਆ ਕਰਵਾ ਦਿੱਤੀ ਆ, ਸਮਾਰਟ ਸਕੂਲ ਬਣਵਾਤੇ, ਰੰਗ ਰੋਗਨ ਵਧੀਆ ਕਰਾਤੇ, ਪਰ ਜੇ ਉਹਨਾਂ ਦਾ ਅੰਦਰਲਾ ਬੁਨਿਆਦੀ ਢਾਂਚਾ ਦੇਖਿਆ ਜਾਵੇ ਤਾਂ
ਟੀਚਰ ਪੂਰੇ ਨਹੀਂ ਹੈਗੇ। ਹਲਕੇ ਫਲੋਰ ਦੇ ਬਹੁਤ ਸਾਰੇ ਸਕੂਲ ਇਹੋ ਜਿਹੇ ਜਿੱਥੇ ਸਰਕਾਰ ਨੇ ਗੱਫੇ ਸਕੂਲ ਬਣਾਉਣ ਨੂੰ ਤਾਂ ਗੱਫੇ ਦੇਤੇ ਆ, ਪਰ ਉੱਥੇ ਟੀਚਰ ਰੈਗੂਲਰ ਨਹੀਂ ਕੀਤੇ ਗਏ। ਇਹਨੂੰ ਕਿਸ ਨਜ਼ਰੀਏ ਨਾਲ ਦੇਖ ਰਹੇ ਹੋ ਤੁਸੀਂ? ਬਿਲਕੁਲ ਬੰਟੀ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਆ। ਜਿਵੇਂ ਤੁਸੀਂ ਦੱਸਿਆ ਵੀ ਟੀਚਰਾਂ ਦੀ ਆ, ਇਹ ਵੀ ਬਹੁਤ ਵੱਡੀ ਕਿੱਲਤ ਆ ਅੱਜ ਦੇ ਟਾਈਮ ਦੇ ਵਿੱਚ। ਜੇ ਕੋਈ ਪੜ੍ਹੂਗਾ ਤਾਂ ਉਹੀ ਨੌਕਰੀ ਕਰੂਗਾ। ਜੇ ਆਪਾਂ ਗੱਲ ਕਰੀਏ, ਜਿਵੇਂ ਤੁਸੀਂ ਪਹਿਲਾਂ ਆਟਾ ਦਾਲ ਸਕੀਮ ਦੀ ਗੱਲ ਕੀਤੀ ਹੈ, ਜੇ ਨੌਜਵਾਨ ਪੀੜ੍ਹੀ ਨਾਲ ਗੱਲ ਕੀਤੀ ਜਾਵੇ, ਉਹ ਇੰਨੀ ਗੱਲ ਨੌਜਵਾਨਾਂ ਦੇ ਮੂੰਹੋਂ ਸੁਣਨੇ ਨੂੰ ਮਿਲ ਰਹੀ ਆ ਵੀ ਅਸੀਂ ਮੰਗ ਤੇ ਥੋੜੀ ਨਾ, ਹਰ ਵਾਰ ਸਾਨੂੰ ਜਿਹੜਾ ਲਾਲਚ ਦਿੱਤਾ ਜਾਂਦਾ ਵੀ 2 ਰੁਪਏ ਕਿਲੋ ਵਾਲੀ ਕਣਕ ਦਿੱਤੀ ਜਾਵੇਗੀ। ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਵੀ ਸਾਨੂੰ ਜਿਹੜਾ ਐਜੂਕੇਸ਼ਨ ਮਿਲੇ, ਅਸੀਂ ਪੜ੍ਹੀਏ, ਪੜ੍ਹ ਕੇ ਜਿਹੜਾ ਆਪ ਖੁਦ ਆਪਣੇ ਪੈਰਾਂ ਤੇ ਸਟੈਂਡ ਹੋਈਏ, ਆਪਣੀ ਨੌਕਰੀ ਕਰੀਏ, ਆਪਣੇ ਮਾਂ ਪਿਓ ਦਾ, ਆਪਣੇ ਪਰਿਵਾਰ ਦਾ ਅਸੀਂ ਜਿਹੜਾ ਢਿੱਡ ਪਾਲ ਸਕੀਏ। ਹਾਂ ਠੀਕ ਹੈ, ਜਿਵੇਂ ਤੁਸੀਂ ਦੱਸਿਆ ਵੀ ਗੌਰਮੈਂਟ ਵੱਲੋਂ ਆ ਜਿਹੜੇ ਵੱਡੇ ਵੱਡੇ ਸਕੂਲ ਆ, ਪ੍ਰਾਈਵੇਟ ਸਰਕਾਰੀ ਸਕੂਲ ਆ, ਉਹਨਾਂ ਨੂੰ ਇਮਾਰਤਾਂ ਨੂੰ ਬਹੁਤ ਸੋਹਣਾ ਬਣਾ ਦਿੱਤਾ ਗਿਆ, ਇਮਾਰਤਾਂ ਵਧੀਆ ਬਣਾ ਦਿੱਤੀਆਂ ਗਈਆਂ, ਪਰ ਟੀਚਰ ਆ ਜਿਹੜੇ ਇਹ ਕਾਫੀ ਵੱਡੀ ਇਸ ਵੇਲੇ ਆ ਜਿਹੜਾ ਪੰਜਾਬ ਦੇ ਵਿੱਚ ਜੂਝਣਾ ਪੈ ਰਿਹਾ ਲੋਕਾਂ ਨੂੰ। ਪਰ ਜੇ ਗੱਲ ਕਰੀਏ, ਸਕੂਲ ਤਾਂ ਵਾਕਈ ਸਮਾਰਟ ਬਣੇ ਹੋਏ ਆ। ਸਕੂਲਾਂ ਦੇ ਵਿੱਚ ਹੱਲੇ ਤੱਕ ਵੀ ਜਿਹੜਾ ਸਟਾਫ ਆ ਉਹ ਪ੍ਰੋਪਰ ਨਹੀਂ ਆ। ਕਿਸੇ ਸਕੂਲ ਦੇ ਵਿੱਚ 1-2 ਟੀਚਰ ਆ, ਕਿਸੇ ਸਕੂਲ ਦੇ ਵਿੱਚ 3 ਟੀਚਰ ਆ, ਜਦ ਕਿ ਕਲਾਸਾਂ ਪ੍ਰਾਇਮਰੀ ਸਕੂਲ ਦੀ ਗੱਲ ਕਰ ਲਈਏ 5ਵੀਂ ਤੱਕ ਕਲਾਸਾਂ, ਉਸ ਦੇ ਵਿੱਚ LKG UKG ਇੱਦਾਂ ਦੀਆਂ ਕਲਾਸਾਂ ਵੀ ਆਉਂਦੀਆਂ, ਜਦ ਕਿ ਉੱਥੇ 7-8 ਟੀਚਰਾਂ ਦੀ ਜ਼ਰੂਰਤ ਪੈਂਦੀ ਆ। ਤਾਂ ਉੱਥੇ ਜਿਹੜੇ ਟੀਚਰ ਆ ਸਿਰਫ 2 ਜਾਂ 1 ਜਾਂ 2 ਹੀ ਟੀਚਰ ਮਿਲਦੇ ਆ। ਇਹਦੇ ਵੱਲ ਵੀ ਜਿਹੜਾ ਸਰਕਾਰਾਂ ਨੂੰ ਪਹਿਲ ਦੇ ਆਧਾਰ ਤੇ ਸੋਚਣਾ ਚਾਹੀਦਾ ਸੀਗਾ, ਪਰ ਕਿਸੇ ਨੇ ਹੱਲੇ ਤੱਕ ਸੋਚਿਆ ਨਹੀਂ। ਹੁਣ ਗਾਹਾਂ ਵੋਟਾਂ ਫੇਰ ਆ ਗਈਆਂ, ਫੇਰ ਵੱਡੇ ਵੱਡੇ ਵਾਅਦੇ ਹੋਣਗੇ। ਹੁਣ ਇਹ ਤਾਂ ਲੋਕ ਆ ਜਿਹੜਾ ਉਹ ਤੈਅ ਕਰਨਗੇ ਵੀ ਉਹ ਕਿਸ ਨੂੰ ਆਪਣਾ ਜਿਹੜਾ ਨੁਮਾਇੰਦਾ ਚੁਣਨਗੇ, ਤਾਂ ਜੋ ਸਾਡੇ ਬੱਚਿਆਂ ਦਾ ਜਿਹੜਾ ਸਹੀ ਤਰੀਕੇ ਨਾਲ ਜਿਹੜਾ ਭਵਿੱਖ ਆ ਜਿਹੜਾ ਬਣ ਸਕੇ। ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਹਲਕਾ ਫਲੋਰ ਜਿਹੜਾ ਬਹੁਤ ਵੱਡਾ ਹਲਕਾ ਹੈ, ਇਹਨੂੰ ਤਕਰੀਬਨ 145 ਦੇ ਲਗਭਗ ਪਿੰਡ ਤੇ ਵੱਡਾ ਸ਼ਹਿਰ ਗਰਾਇਆ ਵੀ ਨਾਲ ਲੱਗਦਾ ਹੈ, ਅਪਰਾ ਤੇ ਰੁੜਕਾ, ਜਿਹਦੀਆਂ ਵੀ ਜਿਹੜੀਆਂ ਸਹੂਲਤਾਂ ਤੋਂ ਬਹੁਤ ਸਾਰੇ ਵਾਂਝੇ ਰਹਿ ਗਏ। ਕਿ ਜਿਹੋ ਜਿਹੀ ਪ੍ਰੋਬਲਮ ਫਲੋਰ ਹਲਕੇ ਦੀ ਆ, ਫਲੋਰ ਸ਼ਹਿਰ ਦੀ ਆ, ਫਾਟਕਾਂ ਦੀ, ਉਹੋ ਜਿਹੀ ਜਿਹੜੀ ਪ੍ਰੋਬਲਮ ਆ ਗਰਾਇਆ ਹਲਕੇ ਦੀ, ਗਰਾਇਆ ਸ਼ਹਿਰ ਦੀ ਵੀ ਇਹੀ ਪ੍ਰੋਬਲਮ ਆ। ਉੱਥੇ ਵੀ ਫਾਟਕ ਦੀ ਬਹੁਤ ਦਿੱਕਤ ਹੈ। ਤੇ ਫਾਟਕ ਦੇ ਬਾਰੇ ਜਿਹੜੇ ਸਾਡੇ ਨੁਮਾਇੰਦੇ ਆ, ਉਮੀਦਵਾਰ ਆ, ਉਹ ਕੋਈ ਗੱਲ ਨਹੀਂ ਕਰ ਰਹੇ। ਤੇ ਸ਼ਹਿਰ ਗਰਾਇਆਂ ਦੇ ਵਿੱਚ ਇੰਡਸਟਰੀ ਬਹੁਤ ਵੱਡੀ ਸੀਗੀ, ਜਿਹੜੀ ਹੁਣ ਇੱਕ ਟਾਈਮ ਬੈਕਫੁੱਟ ਤੇ ਜਾ ਚੁੱਕੀ ਹੈ। ਕੋਵਿਡ ਤੋਂ ਬਾਅਦ ਦੇ ਵਿੱਚ ਵੀ ਉਹ ਜਿਹੜੀ ਇੰਡਸਟਰੀ ਆ ਉਹ ਪਿੱਛੇ ਜਾ ਚੁੱਕੀ ਹੈ। ਕਾਰੀਗਰਾਂ ਦੀ ਜਿਹੜੀ ਉੱਥੇ ਸੈਲਰੀ ਆ ਬਹੁਤ ਘੱਟ ਹੋ ਗਈ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਕਿ ਇਹ ਆਵਾਜ਼ ਕਿਉਂ ਨਹੀਂ ਉਠਾ ਰਿਹਾ? ਬਿਲਕੁਲ ਬੰਟੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਪਹਿਲਾਂ ਜੇ ਗਰਾਇਆਂ ਦੀ ਗੱਲ ਕਰੀਏ, ਗਰਾਇਆਂ ਦੇ ਵਿੱਚ ਇੰਨਾ ਕੁ ਕਾਰੋਬਾਰ ਸੀਗਾ, ਗਰਾਇਆਂ ਨੂੰ ਕਿਸੇ ਟਾਈਮ ਇੰਡਸਟਰੀ ਦੀ ਹੱਬ ਮੰਨਿਆ ਜਾਂਦਾ ਸੀ। ਗਰਾਇਆਂ ਦੇ ਵਿੱਚ ਆ ਜੇ ਗੱਲ ਕਰੀਏ ਟੋਕਾ ਮਸ਼ੀਨ, ਅਸੀਂ ਛੋਟੇ ਛੋਟੇ ਹੁੰਦੇ ਦੇਖਦੇ ਸੀਗੇ, ਜਦੋਂ ਕਿਤੇ ਬੱਸ ਦੇ ਵਿੱਚੋਂ ਉੱਥੋਂ ਗੁਜ਼ਰਨਾ ਤਾਂ ਉੱਥੇ ਟੋਕਾ ਮਸ਼ੀਨ ਦਾ ਜਿਹੜਾ ਮੇਲਾ ਲੱਗਾ ਹੋਇਆ ਹੁੰਦਾ ਸੀਗਾ, ਰੋਡ ਦੇ ਉੱਤੇ ਟੋਕਾ ਮਸ਼ੀਨਾਂ ਪਈਆਂ ਹੁੰਦੀਆਂ ਤਾਂ ਲੋਕਾਂ ਦੇ ਕੋਲ ਰੁਜ਼ਗਾਰ ਸੀ। ਤੇ ਉਹੀ ਗੱਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸੀ ਆ ਵੀ ਅੱਜ ਫਲੋਰ ਦੇ ਵਿੱਚ ਬਲਕਿ ਗੁਰਾਇਆਂ ਦੇ ਵਿੱਚ ਵੀ ਜਿਹੜਾ ਰੁਜ਼ਗਾਰ ਆ ਦਿਨੋਂ ਦਿਨ ਖਤਮ ਹੁੰਦਾ ਚਲਾ ਗਿਆ। ਪਰ ਇੱਥੇ ਕਿਸੇ ਨੇ ਵੀ ਰੁਜ਼ਗਾਰ ਦੇ ਲਈ ਇੰਡਸਟਰੀ ਲਿਆ ਕੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਨਹੀਂ ਕੀਤੀ। ਕਿਸੇ ਨੇ ਇੱਥੇ ਕੋਈ ਫੈਕਟਰੀ ਲਗਾਉਣ ਦੀ ਗੱਲ ਨਹੀਂ ਕੀਤੀ ਵੀ ਅਸੀਂ ਇੱਥੇ ਇੰਡਸਟਰੀ ਲਗਾਵਾਂਗੇ, ਨੌਜਵਾਨਾਂ ਨੂੰ ਜਿਹੜਾ ਉੱਥੇ ਵਧੀਆ ਰੁਜ਼ਗਾਰ ਮਿਲੇ। ਜੇ ਅੱਜ ਗੱਲ ਕਰੀਏ ਬੰਟੀ ਜੀ, ਮੈਂ ਇੱਕ ਸਿੱਧੀ ਤੇ ਸਿੰਪਲ ਜਿਹੀ ਗੱਲ ਕਰ ਲੈਂਦਾ। ਅੱਜ ਦੇ ਟਾਈਮ ਦੇ ਵਿੱਚ ਜਿਹੜੇ ਸਰੋਂ ਦੇ ਤੇਲ ਦੀ ਬੋਤਲ ਦੀ ਗੱਲ ਕਰ ਲਈਏ, ਮੇ ਵੀ 180-90 ਰੁਪਏ ਲੀਟਰ ਆ ਜਿਹੜਾ ਸਰੋਂ ਦਾ ਤੇਲ ਬੰਦੇ ਨੂੰ ਮਿਲਦਾ। ਤੇ ਜੇ ਤਨਖਾਹ ਦੀ ਗੱਲ ਕਰੀਏ, ਜਿਹੜੇ ਇੱਥੋਂ ਫਲੋਰ ਦੇ ਵਸਿੰਦੇ ਆ ਜਾਂ ਨਕੋਦਰ ਦੇ ਆ, ਕੋਈ ਚਲੋ ਫਲੋਰ ਦੇ ਹਲਕੇ ਤੋਂ ਬਾਹਰ ਨਕੋਦਰ ਆ ਜਾਂਦਾ, ਮੈਂ ਇੱਥੇ ਤੱਕ ਦੇਖਿਆ, ਮੈਂ ਖੁਦ ਕਿਸੇ ਟਾਈਮ ਬਾਹਰ ਆਪਣੇ ਫਲੋਰ ਸ਼ਹਿਰ ਤੋਂ ਨੌਕਰੀ ਕਰਨ ਦੇ ਲਈ ਕੰਪਨੀ ਦੇ ਵਿੱਚ ਕੰਮ ਕਰਦਾ, ਮਾਰਕੀਟਿੰਗ ਦਾ, ਏਅਰਟੈਲ ਕੰਪਨੀ 'ਚ ਕੰਮ ਕਰਦਾ ਸੀ, ਆਈਡੀਆ ਦੇ ਵਿੱਚ। ਤਾਂ ਉਦੋਂ ਮੈਨੂੰ ਵੀ ਆ ਜਿਹੜਾ ਸਿਰਫ ਇੱਕ 9000 ਰੁਪਏ ਦਾ ਕੰਮ ਕਰਨ ਦੇ ਲਈ ਮੈਨੂੰ ਜਿਹੜਾ ਫਲੋਰ ਤੋਂ ਬਾਹਰ ਕਿਸੇ ਸ਼ਹਿਰ ਦੇ ਵਿੱਚ ਜਾਣਾ ਪੈਂਦਾ ਸੀ। ਉਸ ਦੇ ਵਿੱਚ ਮੇਰਾ 3-4 ਹਜ਼ਾਰ ਰੁਪਏ ਦਾ ਜਿਹੜਾ ਤੇਲ ਮਹੀਨੇ ਦਾ ਲੱਗ ਜਾਂਦਾ ਸੀ, ਤੇ ਬਚਦਾ ਜਿਹੜਾ ਹੁੰਦਾ ਸੀ ਮੈਨੂੰ 4 ਜਾਂ 4500 ਰੁਪਈਆ ਬਚਦਾ ਹੁੰਦਾ ਹੈ। ਉਸ ਦੇ ਵਿੱਚ ਜੇ ਗੱਲ ਕਰੀਏ ਤਾਂ ਪਰਿਵਾਰਕ ਵਿੱਚ ਰਹਿੰਦੇ ਬੰਦੇ ਦਾ 4000 ਦਾ ਇਕੱਲਾ ਦੁੱਧ ਹੀ ਆ ਜਾਂਦਾ। ਬਿਲਕੁਲ 9000 ਸੈਲਰੀ ਲੈਣ ਵਾਲੇ ਬੰਦੇ ਦਾ 4000 ਰੁਪਏ ਦਾ ਮੇਰੇ ਹਿਸਾਬ ਨਾਲ, ਕਿਉਂਕਿ ਜਿਸ ਬੰਦੇ ਨੇ ਖੁਦ ਘਰ ਦੇ ਵਿੱਚ ਖਰਚਾ ਕੀਤਾ ਹੋਵੇ ਜਾਂ ਕਰਨਾ ਹੋਵੇ ਉਸ ਨੂੰ ਪਤਾ ਹੁੰਦਾ ਵੀ ਕਿੰਨਾ ਖਰਚਾ ਪਰਿਵਾਰ ਦੇ ਵਿੱਚ ਆ ਜਾਂਦਾ। ਪਰ ਹੱਲੇ ਤੱਕ ਕਿਸੇ ਵੀ ਸਰਕਾਰਾਂ ਨੇ ਇਹ ਦਿਹਾੜੀ ਆ ਜਿਹੜੀ ਉਹ ਨਿਸ਼ਚਿਤ ਨਹੀਂ ਕੀਤੀ ਵੀ ਹਾਂ ਪ੍ਰਾਈਵੇਟ ਜੋਬ ਕਰਨ ਵਾਲਿਆਂ ਦੀ ਜਿਹੜੀ ਆ ਵੱਧਵੀਂ ਤਨਖਾਹ ਇੰਡਸਟਰੀ ਦੇ ਉੱਤੇ ਨਥੇਲ ਕੱਸੀ ਜਾਵੇ, ਵੀ ਜਿਹੜੀ ਉਹਦੀ ਤਨਖਾਹ ਵਧਾਈ ਜਾਵੇ। 8 ਘੰਟੇ ਡਿਊਟੀ ਜਿਹੜੀ ਸੀਗੀ ਉਸ ਨੂੰ ਵੀ ਜਿਹੜਾ ਗੌਰਮੈਂਟ ਨੇ ਉਲਟਾ ਵਧਾ ਦਿੱਤਾ ਸੀਗਾ। ਪਿੱਛੇ ਜਿਹੜਾ ਕਿਹਾ ਜਾ ਰਿਹਾ ਸੀਗਾ ਵੀ ਜਲਦ ਤੋਂ ਜਲਦ ਆ ਜਿਹੜਾ ਇਹ ਵੀ
ਦੂਸਰਾ ਕਰ ਦਿੱਤਾ ਜਾਵੇਗਾ ਤੇ ਛੁੱਟੀਆਂ ਦੀ ਵੀ ਉਹਦੇ ਵਿੱਚ ਕਾਟ ਕਰ ਦਿੱਤੀ ਸੀ। ਪਰ ਜੇ ਗੱਲ ਕਰੀਏ ਕਿਸੇ ਨੇ ਉਹ 'ਚ ਤਨਖਾਹ ਵਧਾਉਣ ਦੀ ਗੱਲ ਨਹੀਂ ਕੀਤੀ। ਜੇ ਅੱਜ ਦੇ ਟਾਈਮ ਦੇ ਵਿੱਚ ਘੱਟੋ ਘੱਟ ਵੀ ਅਗਰ ਕਿਸੇ ਦੀ ਤਨਖਾਹ ਹੋਣੀ ਚਾਹੀਦੀ ਆ, ਮੇਰੇ ਹਿਸਾਬ ਨਾਲ ਮੈਂ ਲੋਕਾਂ ਦੀ ਰਾਏ ਸੁਣ ਕੇ ਵੀ ਜਾਂ ਆਪਣੇ ਨਿੱਜੀ ਕਾਰਨ ਦੱਸ ਕੇ ਵੀ ਇਹ ਕਹਿਣਾ ਚਾਹੁੰਦਾ ਵੀ ਘੱਟੋ ਘੱਟ 15-16 ਹਜ਼ਾਰ ਤੋਂ ਘੱਟ ਕਿਸੇ ਦੀ ਜਿਹੜੀ ਆ ਮਹੀਨੇ ਦੀ ਤਨਖਾਹ ਜਿਹੜੀ ਸੈਲਰੀ ਆ ਉਹ ਨਹੀਂ ਹੋਣੀ ਚਾਹੀਦੀ। ਕਿਉਂਕਿ ਜੇ ਇੱਕ 300 ਰੁਪਈਆ ਬੰਦਾ ਦਿਹਾੜੀ ਕਮਾਉਂਦਾ ਜਾਂ 350 ਰੁਪਈਆ 1 ਲੀਟਰ ਦੀ ਬੋਤਲ ਆ ਜਿਹੜੀ 3 ਦਿਨ ਨਹੀਂ ਮੈਨੂੰ ਲੱਗਦਾ ਘਰ ਦੇ ਵਿੱਚ ਕੱਢਦਾ ਹੋਵੇਗਾ ਕਿਲੋ ਤੇਲ, ਉਸ ਦੇ ਨਾਲ ਜਿਹੜਾ ਤੜਕਾ ਲਾਇਆ ਜਾਂਦਾ, ਸਬਜ਼ੀਆਂ ਬਣਦੀਆਂ, ਹੋਰ ਵੀ ਕੰਮ ਦੇ ਵਿੱਚ ਜਿਹੜਾ ਸਰੋਂ ਦੇ ਤੇਲ ਨੂੰ ਇਸਤੇਮਾਲ ਕੀਤਾ ਜਾਂਦਾ ਖਾਣਾ ਬਣਾਉਣ ਲਈ, ਤੇ ਉਹਦੇ ਵਿੱਚ ਇੱਕ ਬੰਦਾ ਇੱਕ ਦਿਹਾੜੀ ਲਾ ਕੇ ਵੀ ਪੂਰਾ ਇੱਕ ਦਿਨ ਦਾ ਘਰ ਦਾ ਰਾਸ਼ਨ ਨਹੀਂ ਇੱਕ ਦਿਹਾੜੀ ਦੇ ਵਿੱਚ ਲੈ ਸਕਦਾ। ਜੇ ਆਟੇ ਦੀ ਗੱਲ ਕਰੀਏ, ਅੱਜ ਦਾ ਟਾਈਮ ਹੈ ਜਿਹੜਾ ਮਹਿੰਗਾਈ ਦਾ, ਇਹਦੇ ਵਿੱਚ ਆਟੇ ਦਾ ਭਾਅ ਦੇਖ ਲਓ ਤੁਸੀਂ ਕਿੱਥੇ ਜਾ ਰਿਹਾ। ਉਸ ਤੋਂ ਬਾਅਦ ਸਬਜ਼ੀਆਂ ਜਿਹੜੀਆਂ ਉਹ ਵੀ ਅਸਮਾਨ ਨੂੰ ਛੂਹ ਰਹੀਆਂ। ਇਸ ਦੇ ਨਾਲ ਇਹ ਸਰਕਾਰਾਂ ਜ਼ਰੂਰ ਆ ਵੋਟ ਮੰਗ ਰਹੀਆਂ, ਪਰ ਸਰਕਾਰਾਂ ਨੂੰ ਇਹ ਵੀ ਚਾਹੀਦਾ ਵੀ ਜਿਹੜੇ ਪ੍ਰਾਈਵੇਟ ਨੌਕਰੀ ਕਰਦੇ ਆ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਜਾਂ 15,000 ਤੋਂ ਉੱਪਰ ਸੈਲਰੀ ਹੋਣੀ ਚਾਹੀਦੀ ਹੈ। ਮਿਨੀਮਮ 15,000 ਰੁਪਏ ਤਾਂ ਘੱਟੋ ਘੱਟ ਨੌਜਵਾਨਾਂ ਦੀ ਜਿਹੜੀ ਹੈ ਸੈਲਰੀ ਹੋਣੀ ਚਾਹੀਦੀ ਹੈ, ਤਾਂ ਜੋ ਨੌਜਵਾਨ ਆ ਜਿਹੜਾ ਕੰਮ ਨੂੰ ਪਹਿਲ ਦੇਣ, ਕੰਮ ਵੱਲ ਨੂੰ ਨੱਠਣ। ਤੇ ਜਦੋਂ ਪ੍ਰੋਪਰ ਹੈ ਨੌਜਵਾਨ ਕੰਮ ਤੇ ਜਾਣਗੇ, ਨਸ਼ਾ ਵੀ ਪ੍ਰੋਪਰ ਹੈ ਜਿਹੜਾ ਉਹ ਖਤਮ ਹੋਵੇਗਾ। ਜਦੋਂ ਵਿਹਲਾ, ਕਹਿੰਦੇ ਹੁੰਦੇ ਸਿਆਣਿਆਂ ਦੀ ਕਹਾਵਤ ਆ, ਵਿਹਲਾ ਦਿਮਾਗ ਸ਼ੈਤਾਨ ਦਾ ਘਰ, ਵੀ ਜਦੋਂ ਵਿਹਲੇ ਰਹਿਣਾ ਫਿਰ ਤਾਂ ਨੌਜਵਾਨ ਹੋ ਗਏ, ਇਹਨਾਂ ਨੇ ਕਿਸੇ ਨਾ ਕਿਸੇ ਪਾਸੇ ਆਪਣਾ ਦਿਮਾਗ ਆ ਜਿਹੜਾ ਉਹ ਯੂਜ਼ ਕਰਨਾ ਹੀ ਆ। ਪਰ ਜਿੱਥੇ ਤੱਕ ਮੰਨਿਆ ਜਾਵੇ ਕਿ ਅੱਜ ਕੱਲ੍ਹ ਜਿਹੜੇ ਨੌਜਵਾਨ ਹੈ ਕੰਮ ਕਰਨ ਨੂੰ ਵੀ ਸ਼ਰਮ ਮਹਿਸੂਸ ਕਰਦੇ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਪ੍ਰਵਾਸੀ ਆ ਆਪਣੇ, ਜਿਹਨਾਂ ਨੂੰ ਤੁਸੀਂ ਭਈਏ ਕਹਿ ਦਿੰਦੇ ਆ, ਉਹਨੀ ਸਾਡੇ ਏਰੀਏ ਦੇ ਵਿੱਚ ਫਾਟਕ ਦੇ ਉੱਪਰ ਦੇਖੋ ਰੇਹੜੀਆਂ ਲਾਈਆਂ ਹੋਈਆਂ ਆ, ਉਹਨਾਂ ਦੇ ਘਰ ਕਿੰਨੇ ਵਧੀਆ ਬਣ ਚੁੱਕੇ ਆ। ਮਿਹਨਤ ਕਰਨ ਨੂੰ ਨਹੀਂ ਪਿੱਛੇ ਹਟਦੇ। ਸਾਡਾ ਨੌਜਵਾਨ ਕੁਛ ਮਿਹਨਤ ਤੋਂ ਵੀ ਪਿੱਛੇ ਡਰ ਰਿਹਾ ਹੈ, ਭੱਜ ਰਿਹਾ ਹੈ, ਤੇ ਸਿਰਫ ਉਹ ਆਈਲੈਟ ਕਰਕੇ ਇੰਗਲੈਂਡ ਜਾਂ ਕੈਨੇਡਾ ਭੱਜਣ ਦੀ ਕੋਸ਼ਿਸ਼ ਕਰ ਰਿਹਾ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਬੰਟੀ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਜੇ ਤੁਸੀਂ ਬਾਹਰਲੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਆਏ ਆ ਉਹਨਾਂ ਦੀ ਗੱਲ ਕਰਦੇ ਆ ਵੀ ਮਿਹਨਤਕਸ਼ ਲੋਕ ਆ, ਠੀਕ ਹੈ, ਆਪਾਂ ਉਹਨਾਂ ਨੂੰ ਦਿਲੋਂ ਸਲੂਟ ਵੀ ਕਰਦੇ ਆ। ਜੇ ਅੱਜ ਪੰਜਾਬ ਦੇ ਵਿੱਚ ਉਹ ਨਾ ਹੁੰਦੇ, ਮੈਨੂੰ ਨਹੀਂ ਲੱਗਦਾ ਵੀ ਆਪਣਾ ਜਿਹੜਾ ਯੂਥ ਆ ਵੀ ਉਹ ਇਸ ਟੈਪ ਨਾਲ ਜਿਹੜਾ ਉਹਨੂੰ ਕੰਮ ਨੂੰ ਪਹਿਲ ਦੇ ਸਕਦਾ। ਅਸੀਂ ਖੁਦ ਆਪਣੇ ਤੇ ਲਾ ਲੈਂਦੇ ਆ। ਸਾਡਾ ਨੌਜਵਾਨ ਹੈ ਜਿਹੜਾ ਪੜ੍ਹ ਲਿਖ ਕੇ ਉਹ ਚਾਹੁੰਦਾ ਵੀ ਮੈਂ ਵਧੀਆ ਨੌਕਰੀ ਤੇ ਲੱਗਾ। ਤੇ ਇੱਕ ਗੱਲ ਬੰਟੀ ਜੀ ਹੋ ਰਿਹਾ, ਜੇ ਆਪਾਂ ਇਹਨਾਂ ਦੀ ਗੱਲ ਕਰੀਏ, ਇਹਨਾਂ ਨੂੰ 300 ਰੁਪਈਆ ਵੀ ਹੈ ਜਿਹੜਾ ਬਹੁਤ ਵੱਡਾ 300 ਰੁਪਈਆ। ਜੇ ਯੂਪੀ ਬਿਹਾਰ ਦੀ ਗੱਲ ਕਰਕੇ ਚਲੀਏ, ਉੱਥੇ ਦਾ ਦੇਖਿਆ ਜਾਵੇ ਤਾਂ ਇਹਨਾਂ ਦੀ ਗੱਲ ਇੱਦਾਂ ਬੰਟੀ ਜੀ, ਜੇ ਹੁਣ ਗੱਲ ਕੀਤੀ ਆ ਤੁਸੀਂ, ਮੈਂ ਤੁਹਾਨੂੰ ਦੱਸ ਦਿੰਦਾ, ਜਿੰਨੇ ਵੀ ਉੱਧਰੋਂ ਰੁਜ਼ਗਾਰ ਦੇ ਲਈ ਆਉਂਦੇ ਆ ਉਹਨਾਂ ਦੀਆਂ ਆਪਣੀਆਂ ਖੇਤੀਬਾੜੀਆਂ, ਖੁਦ ਉਹ ਉੱਧਰ ਖੇਤੀਬਾੜੀ ਕਰਦੇ ਆ, ਆਪਣੀ ਫਸਲ ਬੀਜਦੇ ਆ ਆਪ। ਉਹਨਾਂ ਨੇ ਜਿੱਦਾਂ ਇੱਧਰ ਆ ਕੇ ਉਹ ਕਾਮੇ ਬਣੇ ਹੋਏ ਆ, ਇੱਦਾਂ ਉਹਨਾਂ ਨੇ ਵੀ ਕਾਮੇ ਰੱਖੇ ਆ। ਇਹ ਨਹੀਂ ਆ ਵੀ ਨਹੀਂ ਆ। ਤੁਸੀਂ ਕਿਸੇ ਦੇ ਨਾਲ ਵੀ ਗੱਲ ਕਰ ਲਿਓ, ਉਹਨਾਂ ਨੂੰ ਪੁੱਛ ਕੇ ਵੀ ਦੇਖ ਲਿਓ, ਖੁਦ ਕਹਿਣਗੇ ਵੀ ਅਸੀਂ ਜਿਹੜਾ ਆਪਣੇ गांव को जा रहे हैं, हमारी फसल तैयार है, फसल धान काटेंगे, काट के जो उसको मंडी में दे करके फिर हम वापस आ जाएंगे। ये ਤੁਸੀਂ ਦੇਖਿਆ ਵੀ ਹੋਣਾ, ਬਹੁਤ ਸਾਰੇ ਜਿਹੜੇ ਆ ਪ੍ਰਵਾਸੀ ਮਜ਼ਦੂਰ ਇੱਧਰ ਆਉਂਦੇ ਆ, ਉਹਨਾਂ ਦਾ ਉੱਧਰ ਆਪਣਾ ਕਿੱਤਾ, ਆਪਣੀ ਜ਼ਮੀਨ ਹੈਗੀ ਆ, ਉਹ ਆਪਣੀ ਫਸਲ ਬੀਜ ਕੇ ਉਸ ਤੋਂ ਬਾਅਦ ਆ ਜਿਹੜਾ ਉਹ ਪੰਜਾਬ ਵੱਲ ਨੂੰ ਰੁੱਖ ਕਰਦੇ ਆ। ਤੇ ਉਸ ਤੋਂ ਬਾਅਦ ਆ ਜਿਹੜਾ ਉਹਨਾਂ ਨੂੰ ਇਸ ਤਰੀਕੇ ਨਾਲ ਜਿਹੜਾ ਉਹ ਬਾਰਾ ਖਾ ਜਾਂਦਾ। ਠੀਕ ਆ, ਕੁਝ ਪ੍ਰਵਾਸੀ ਮਜ਼ਦੂਰ ਇੱਦਾਂ ਦੇ ਵੀ ਹੈ ਜਿਨ੍ਹਾਂ ਦੇ ਕੋਲ ਜ਼ਮੀਨ ਨਹੀਂ ਆ, ਉਹਨਾਂ ਨੂੰ ਵੀ ਉਹਨਾਂ ਦੇ ਨਾਲ ਆ ਜਿਹੜਾ ਮਜਬੂਰੀ ਦੇ ਵਿੱਚ ਆ ਜਿਹੜਾ ਉਹੀ ਪੇ ਆ ਜਿਹੜੀ ਸੈਲਰੀ ਆ ਲੈਣੀ ਪੈਂਦੀ ਆ। ਪਰ ਜੇ ਗੱਲ ਕੀਤੀ ਜਾਵੇ, ਅੱਜ ਜਿਹੜਾ ਨੌਜਵਾਨ ਆ ਉਹ ਸਿਰਫ ਕੀ ਮੰਗਦਾ, ਸਿਰਫ ਇੱਕ ਨੌਕਰੀ ਮੰਗਦਾ, ਹੋਰ ਸਰਕਾਰਾਂ ਤੋਂ ਕੁਝ ਨਹੀਂ ਮੰਗਦਾ। ਸਾਨੂੰ ਜਿਹੜੀ ਆ ਨੌਕਰੀ ਹੈ, ਨੌਕਰੀ ਠੋਕ ਵਜਾ ਕੇ, ਚਾਹੇ ਉਹ ਸਰਕਾਰੀ ਦਿੱਤੀ ਜਾਵੇ ਚਾਹੇ ਪ੍ਰਾਈਵੇਟ ਦਿੱਤੀ ਜਾਵੇ, ਉਹਦੀ ਜਿਹੜੀ ਆ ਤਨਖਾਹ ਹੈ ਜਾਂ ਉਹਦੀ ਸੈਲਰੀ ਆ ਉਹਨੂੰ ਘੱਟੋ ਘੱਟ ਜਿਹੜਾ ਉਸ ਤਰੀਕੇ ਨਾਲ ਤੈਅ ਕਰ ਦਿੱਤਾ ਜਾਵੇ, ਤਾਂ ਜੋ ਜਿਹੜੀ ਹੈ ਸਾਨੂੰ ਸਾਡਾ ਪਰਿਵਾਰ ਪਾਲਣ ਦੇ ਵਿੱਚ ਸਾਨੂੰ ਔਖਾਈ ਨਾ ਆਵੇ। ਅਸੀਂ ਗੱਲ ਕਰ ਰਹੇ ਫਲੋਰ ਦੇ ਵੱਖ-ਵੱਖ ਮੁੱਦਿਆਂ ਤੇ, ਨੌਜਵਾਨੀ ਤੇ ਕਾਰੋਬਾਰ ਤੇ। ਦੁਬਾਰਾ ਫਿਰ ਇੱਕ ਵਾਰੀ ਹਾਜ਼ਰ ਹੋਵਾਂਗੇ ਫਲੋਰ ਲਾਈਵ ਦੇ ਉੱਪਰ ਖਾਸ ਮੁਲਾਕਾਤ ਦੇ ਨਾਲ, ਕਿਸੇ ਹੋਰ ਚਿਹਰੇ ਦੇ ਨਾਲ। ਤਦ ਤੱਕ ਲਈ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।